ਸਤਿ ਸ਼੍ਰੀ ਅਕਾਲ ਜੀ। ਸਮੂਹ ਵਿਦਿਆਰਥੀਆਂ ਤੇ ਅਧਿਆਪਕ ਸਾਹਿਬਾਨ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਰਾਜਨੀਤਿਕ ਦਲਾਂ ਦੇ ਕੰਮ, ਰਾਜਨੀਤਿਕ ਦਲਾਂ ਦੇ ਫਾਇਦੇ ਤੇ ਰਾਜਨੀਤਿਕ ਦਲਾਂ ਦੇ ਨੁਕਸਾਨ। ਆਪਾਂ ਨੂੰ ਪਤਾ ਹੈ ਕਿ ਜਨਤਾ ਦੀ ਕੋਈ ਵੀ ਗੱਲ ਲੋਕਾਂ ਤੱਕ, ਜਨਤਾ ਦੀ ਕੋਈ ਵੀ ਗੱਲ ਸਰਕਾਰ ਤੱਕ ਪਹੁੰਚਾਉਣ ਦੇ ਲਈ ਜਿਹੜੀ ਪਾਰਟੀ ਆ ਉਹ ਇੱਕ ਕੜੀ ਦਾ ਕੰਮ ਕਰਦੀ ਆ। ਕਿਵੇਂ ਕਰਦੀ ਆ? ਰਾਜਨੀਤਿਕ ਦਲ ਲੋਕਾਂ ਦੇ ਵਿੱਚੋਂ ਹੀ ਇੱਕ ਵਿਚਾਰਧਾਰਾ ਦੇ ਆਧਾਰ ਦੇ ਉੱਤੇ ਜਾਂ ਫਿਰ ਕਿਸੇ ਜਾਤ ਧਰਮ ਜਾਂ ਕਿਸੇ ਵੀ ਇੱਕ ਸੇਮ ਇੰਟਰਸਟ ਦੇ ਆਧਾਰ ਦੇ ਉੱਤੇ ਬਣਾਏ ਜਾਂਦੇ ਨੇ। ਫਿਰ ਆਪਣਾ ਇੱਕ ਗਠਨ ਕਰਦੇ ਨੇ। ਗਠਨ ਤੋਂ ਬਾਅਦ ਜਦੋਂ ਚੋਣਾਂ ਹੁੰਦੀਆਂ ਨੇ, ਸਰਕਾਰ ਦੇ ਵਿੱਚ ਸ਼ਮੂਲੀਅਤ ਲਈ ਜਦੋਂ ਵੋਟਾਂ ਪਾਈਆਂ ਜਾਂਦੀਆਂ ਨੇ ਤਾਂ ਉਸ ਸਮੇਂ ਚੋਣਾਂ ਦੇ ਵਿੱਚ ਹਿੱਸਾ ਲੈਂਦੇ ਨੇ। ਰਾਜਨੀਤਿਕ ਦਲ ਹਿੱਸਾ ਲੈ ਕੇ ਫਿਰ ਸਰਕਾਰ ਦਾ ਗਠਨ ਕਰਦੇ ਨੇ। ਇਹਦਾ ਮਤਲਬ ਇਹ ਹੋਇਆ ਕਿ ਜਨਤਾ ਤੇ ਸਰਕਾਰ ਉਹਨਾਂ ਦੇ ਵਿਚਾਲੇ ਜਿਹੜੀ ਕੜੀ ਹੈ ਉਹਦਾ ਕੰਮ ਕਰਦੇ ਨੇ ਰਾਜਨੀਤਿਕ ਦਲ। ਰਾਜਨੀਤਿਕ ਦਲ ਵੱਖ-ਵੱਖ ਦੇਸ਼ਾਂ ਦੇ ਵਿੱਚ ਇਹਨਾਂ ਦੀਆਂ ਵੱਖ-ਵੱਖ ਕਿਸਮਾਂ ਨੇ। ਵੈਸੇ ਜੇ ਅਸੀਂ ਇੱਕ ਗੱਲ ਡਿਸਕ੍ਰਾਈਬ ਕਰਨੀ ਹੋਵੇ, ਦੱਸਣਾ ਹੋਵੇ, ਤਾਂ ਰਾਜਨੀਤਿਕ ਦਲਾਂ ਦੀਆਂ ਅਸੀਂ ਵੈਸੇ 3 ਕਿਸਮਾਂ ਜਿਹੜੀਆਂ ਉਹ ਸਮਝਦੇ ਹਾਂ। ਪਹਿਲੀ ਆ ਇੱਕ ਦਲੀ ਪ੍ਰਣਾਲੀ, ਦੂਜੀ ਹੈ ਦੋ ਦਲੀ ਪ੍ਰਣਾਲੀ, ਤੀਸਰੀ ਹੈ ਬਹੁਦਲੀ ਪ੍ਰਣਾਲੀ। ਇੱਕ ਦਲੀ ਪ੍ਰਣਾਲੀ ਕਿਸੇ ਦੇਸ਼ ਦੇ ਵਿੱਚ, ਕਿਸੇ ਰਾਜ ਦੇ ਵਿੱਚ ਜਦੋਂ ਇੱਕ ਪਾਰਟੀ ਦੀ ਸਰਕਾਰ ਹੁੰਦੀ ਹੈ ਤੇ ਉਹ ਲੰਮੇ ਸਮੇਂ ਤੋਂ ਉਹੀ ਪਾਰਟੀ ਬਣਦੀ ਆ ਰਹੀ ਹੈ, ਦੂਸਰੀ ਪਾਰਟੀ ਬਣਾਉਣ ਦੀ ਆਗਿਆ ਨਾ ਹੋਵੇ ਤਾਂ ਉਸ ਦੇਸ਼ ਦੇ ਵਿੱਚ ਅਸੀਂ ਕਿਹੜੀ ਪ੍ਰਣਾਲੀ ਕਹਿੰਦੇ ਹਾਂ? ਇੱਕ ਦਲੀ ਪ੍ਰਣਾਲੀ। ਦੂਸਰੀ ਹੈ ਦੋ ਦਲੀ ਪ੍ਰਣਾਲੀ। ਜਿਸ ਕਿਸੇ ਦੇਸ਼ ਦੇ ਵਿੱਚ ਲਗਾਤਾਰ ਲੰਮੇ ਸਮੇਂ ਤੋਂ ਦੋ ਪਾਰਟੀਆਂ ਹੀ ਸੱਤਾ ਦੇ ਵਿੱਚ ਆ ਰਹੀਆਂ ਹੋਣ, ਚਾਹੇ ਉਹ ਰੋਟੇਸ਼ਨ ਵਾਈਜ਼ ਹੋ ਗਿਆ, ਕੁਝ ਸਮੇਂ ਦੇ ਲਈ, ਕੁਝ ਸਮੇਂ ਬਾਅਦ ਦੂਸਰੀ ਪਾਰਟੀ ਆ ਗਈ, ਤਾਂ ਇਹਨੂੰ ਅਸੀਂ ਕੀ ਕਹਿੰਦੇ? ਦੋ ਦਲੀ ਪ੍ਰਣਾਲੀ। ਅਮਰੀਕਾ ਤੇ ਇੰਗਲੈਂਡ ਇਹਦੀਆਂ ਮੁੱਖ ਉਦਾਹਰਨਾਂ ਨੇ। ਬਹੁਦਲੀ ਪ੍ਰਣਾਲੀ। ਬਹੁਦਲੀ ਪ੍ਰਣਾਲੀ ਉੱਥੇ ਹੁੰਦੀ ਹੈ ਜਿਸ ਜਗ੍ਹਾ ਦੇ ਉੱਤੇ ਬਹੁਤ ਸਾਰੇ ਦਲ ਕੰਮ ਕਰਦੇ ਹੋਣ। ਜਿਵੇਂ ਭਾਰਤ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਮਿਲ ਕੇ ਬਹੁਤ ਵਾਰ ਸਰਕਾਰ ਬਣਾਈ ਹੈ, ਗਠਬੰਧਨ ਦੀਆਂ ਸਰਕਾਰਾਂ ਬਣਾਈਆਂ ਨੇ। UPA ਹੈ, NDA ਹੈ, ਇਹ ਗਠਬੰਧਨ ਬਣੇ ਨੇ ਜਿਨ੍ਹਾਂ ਬਹੁਤ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਕੇਂਦਰ ਦੇ ਵਿੱਚ ਚਾਹੇ ਰਾਜ ਦੇ ਵਿੱਚ ਸਰਕਾਰਾਂ ਬਣਾਈਆਂ ਨੇ। ਸੋ ਅੱਜ ਦਾ ਆਪਣਾ ਰਾਜਨੀਤਿਕ ਦਲਾਂ ਦੇ ਸੰਬੰਧ ਦੇ ਵਿੱਚ ਰਾਜਨੀਤਿਕ ਦਲਾਂ ਦੇ ਕੰਮ ਕੀ ਨੇ, ਇਹਨਾਂ ਦੇ ਫਾਇਦੇ ਕੀ ਨੇ ਤੇ ਇਹਨਾਂ ਦੇ ਨੁਕਸਾਨ ਕੀ ਨੇ। ਰਾਜਨੀਤਿਕ ਦਲਾਂ ਦੇ ਕੰਮ। ਸਭ ਤੋਂ ਪਹਿਲਾਂ ਜਿਹੜਾ ਰਾਜਨੀਤਿਕ ਦਲਾਂ ਦਾ ਕੰਮ ਹੈ ਉਹ ਸਰਕਾਰ ਤੇ ਜਨਤਾ ਵਿਚਕਾਰ ਕੜੀ ਦਾ ਕੰਮ ਕਰਨਾ। ਆਪਾਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਰਾਜਨੀਤਿਕ ਦਲ ਜਨਤਾ ਤੇ ਸਰਕਾਰ ਦੇ ਵਿੱਚ ਕੜੀ ਦਾ ਕੰਮ ਕਰਦੇ ਨੇ। ਜਨਤਾ ਦੀਆਂ ਮੰਗਾਂ ਨੂੰ ਸਰਕਾਰ ਤੱਕ ਲੈ ਕੇ ਜਾਂਦੇ ਨੇ ਤੇ ਸਰਕਾਰ ਦੀ ਜਿਹੜੇ ਪ੍ਰੋਗਰਾਮ ਨੇ ਉਹ ਜਨਤਾ ਦੀ ਲੋੜ ਅਨੁਸਾਰ ਜਨਤਾ ਦੇ ਉੱਤੇ ਲਾਗੂ ਕੀਤੇ ਜਾਂਦੇ ਨੇ। ਵਿਚਾਲੇ ਵਿਚੋਲੀਏ ਵਾਲਾ ਕੰਮ ਆ ਰਾਜਨੀਤਿਕ ਪਾਰਟੀਆਂ ਦਾ। ਸੋ ਇਹ ਜਿਹੜੀ ਕੜੀ ਹੈ ਇਹ ਸੁਹਿਰਦ ਹੋਣੀ, ਇਮਾਨਦਾਰ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਜਨਤਾ ਜਿਹੜੀਆਂ ਗੱਲਾਂ ਨੇ, ਜਨਤਾ ਦੀਆਂ ਜਿਹੜੀਆਂ ਮੰਗਾਂ ਨੇ, ਜਨਤਾ ਦੇ ਵਿੱਚ ਜਿਹੜੇ ਉਬਾਲ ਉੱਠੇ ਨੇ ਉਹ ਸਾਰੇ ਪਾਰਟੀਆਂ ਰਾਹੀਂ ਹੀ ਲੈਜਿਸਲੇਚਰਾਂ ਦੇ ਵਿੱਚ, ਲੈਜਿਸਲੇਟਿਵ ਅਸੈਂਬਲੀ ਹੈ ਚਾਹੇ ਉਹ ਸੰਸਦ, ਉਹਦੇ ਵਿੱਚ ਜਾਂਦੇ ਨੇ। ਉੱਥੋਂ ਫਿਰ ਪਾਲਿਸੀਆਂ ਬਣ ਕੇ ਕਾਨੂੰਨ ਰਾਹੀਂ ਲੋਕਾਂ ਦੇ ਉੱਤੇ ਲਾਗੂ ਹੁੰਦੇ ਨੇ। ਸੋ ਇਹ ਕੜੀ ਦਾ ਕੰਮ ਹੈ ਜਿਹੜਾ ਇਹ ਰਾਜਨੀਤਿਕ ਦਲਾਂ ਦਾ ਜਿਹੜਾ ਮੁੱਖ ਕੰਮ ਹੈ। ਦੂਜਾ ਚੋਣਾਂ ਲੜਨਾ। ਜਦੋਂ ਵੀ ਕਿਸੇ ਦੇਸ਼ ਦੇ ਵਿੱਚ, ਕਿਸੇ ਰਾਜ ਦੇ ਵਿੱਚ, ਆਪਾਂ ਨੂੰ ਪਤਾ ਲੋਕਤੰਤਰੀ ਢਾਂਚੇ ਦੇ ਵਿੱਚ ਜਦੋਂ ਸਰਕਾਰ ਚੁਣੀ ਜਾਂਦੀ ਹੈ ਤਾਂ ਉਹਦੇ ਵਿੱਚ ਸਭ ਨੂੰ ਆਗਿਆ ਦਿੱਤੀ ਗਈ ਹੈ, ਜਿਨ੍ਹਾਂ ਦੇਸ਼ਾਂ ਦੇ ਵਿੱਚ ਲੋਕਤੰਤਰੀ ਢਾਂਚਾ ਹੈ ਜਿਵੇਂ ਭਾਰਤ ਦੇ ਵਿੱਚ ਹੈ, ਕਿ ਉਹ ਚੋਣਾਂ ਦੇ ਵਿੱਚ ਹਿੱਸਾ ਲੈ ਸਕਦੇ ਹਨ, ਆਪਣੀ ਸਰਕਾਰ ਚੁਣਨਗੇ। ਸਰਕਾਰ ਚੁਣਨ ਦੇ ਲਈ ਵੱਖ-ਵੱਖ ਪਾਰਟੀਆਂ ਨੂੰ ਮਾਨਯੋਗ ਚੋਣ ਕਮਿਸ਼ਨ ਆਫ ਇੰਡੀਆ ਦੇ ਵੱਲੋਂ, ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਉਹਨਾਂ ਦੇ ਚੋਣ ਸਿੰਬਲ ਦਿੱਤੇ ਜਾਂਦੇ ਨੇ, ਉਹਨਾਂ ਨੂੰ ਨਿਯਮ ਬਣਾ ਦਿੱਤੇ ਜਾਂਦੇ ਨੇ। ਜਦੋਂ ਵੋਟਾਂ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਤਾਂ ਦਲਾਂ ਦੇ ਨਾਲ ਇੱਕ ਪ੍ਰੋਪਰ ਜਿਹੜਾ ਪੂਰਾ ਰੈਗੂਲੇਸ਼ਨ ਹੈ ਉਹ ਕਾਇਮ ਕੀਤੇ ਜਾਂਦੇ ਨੇ ਤੇ ਉਹ ਦਲਾਂ ਦੇ ਰੈਗੂਲੇਸ਼ਨ ਦੇ ਆਧਾਰ ਦੇ ਉੱਤੇ ਹੀ ਪਾਰਟੀ ਦਾ ਜਿਹੜਾ ਉਹਦੀ ਮਾਨਤਾ ਰਹਿਣੀ ਜਾਂ ਮਾਨਤਾ ਖਤਮ ਕਰਨੀ, ਉਹਦੇ ਪਰਫਾਰਮੈਂਸ ਦੇ ਹਿਸਾਬ ਦੇ ਨਾਲ ਉਹਦੀ ਮਾਨਤਾ ਰਹਿਣੀ ਜਾਂ ਖਤਮ ਕਰਨੀ, ਇਸ ਹਿਸਾਬ ਦੇ ਨਾਲ ਚੱਲਦੇ ਨੇ। ਸੋ ਜਦੋਂ ਮਾਨਯੋਗ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਨੇ ਜਿਹੜੀਆਂ ਕਰਾਈਆਂ ਜਾਂਦੀਆਂ ਨੇ ਜਾਂ ਰਾਜਾਂ ਦੇ ਚੋਣ ਆਯੋਗ ਦੇ ਵੱਲੋਂ ਚੋਣਾਂ ਨੇ ਜਿਹੜੀਆਂ ਉਹ ਕਰਵਾਈਆਂ ਜਾਂਦੀਆਂ ਨੇ ਤਾਂ ਉਸ ਸਮੇਂ ਜਿਹੜੀਆਂ ਵੱਖ-ਵੱਖ, ਚਾਹੇ ਉਹ ਸੰਸਦ ਹੋ ਗਈ, ਚਾਹੇ ਉਹ ਅਸੈਂਬਲੀ ਹੋ ਗਈ, ਉੱਥੇ ਜਿਹੜੀਆਂ ਵੋਟਾਂ ਪੈਂਦੀਆਂ ਨੇ ਉਹਦੇ ਵਾਸਤੇ ਜਿਹੜੇ ਉਮੀਦਵਾਰ ਖੜੇ ਹੁੰਦੇ ਨੇ ਤਾਂ ਉਹ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਆ ਜਿਹੜਾ ਉਹ
ਖੜੇ ਕੀਤੇ ਜਾਂਦੇ ਨੇ। ਇੱਥੇ ਆਪਾਂ ਇੱਕ ਗੱਲ ਇਹ ਵੀ ਸਾਫ਼ ਕਰ ਦਈਏ ਕਿ ਯੂਨੀਅਨਾਂ ਭਾਵ ਦਬਾਓ ਸਮੂਹ ਤੇ ਰਾਜਨੀਤਿਕ ਦਲਾਂ ਦੇ ਵਿੱਚ ਮੇਨ ਫਰਕ ਇਹੀ ਹੁੰਦਾ ਹੈ ਕਿ ਜਿਹੜੇ ਰਾਜਨੀਤਿਕ ਦਲ ਨੇ ਉਹ ਚੋਣਾਂ ਲੜਦੇ ਨੇ, ਸਿੱਧਾ ਸਰਕਾਰ ਦੇ ਵਿੱਚ ਆਪਣਾ ਭਾਗ ਲੈਂਦੇ ਨੇ। ਉਹ ਤੋਂ ਉਲਟ ਜਿਹੜੀਆਂ ਯੂਨੀਅਨਾਂ ਹੁੰਦੀਆਂ ਨੇ ਜਾਂ ਦਬਾਓ ਸਮੂਹ ਹੁੰਦੇ ਨੇ ਉਹ ਵੋਟਾਂ ਦੇ ਵਿੱਚ ਸਿੱਧਾ ਹਿੱਸਾ ਨਹੀਂ ਲੈਂਦੇ, ਸਗੋਂ ਸਿਰਫ ਸਰਕਾਰ ਦੇ ਉੱਤੇ ਪ੍ਰੈਸ਼ਰ ਪਾ ਕੇ ਹੀ ਆਪਣਾ ਜਿਹੜਾ ਕੰਮ ਆ ਉਹ ਕਰਵਾਉਣ ਦੀ ਜਾਂ ਸਰਕਾਰ ਦੀ ਜਿਹੜੀ ਮਨਸਾ ਉਹ ਆਪਣੇ ਪੱਖ ਵਿੱਚ ਢਾਲਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰਦੇ ਨੇ। ਸੋ ਜਿਹੜੇ ਰਾਜਨੀਤਿਕ ਦਲ ਨੇ ਉਹਨਾਂ ਦਾ ਇੱਕ ਮੁੱਖ ਕੰਮ ਹੈ ਚੋਣਾਂ ਲੜਨਾ ਤੇ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਉਣਾ। ਅਗਲਾ ਗਾ ਲੋਕ ਰਾਏ ਨੂੰ ਸਰਕਾਰ ਤੱਕ ਲੈ ਕੇ ਆਉਣਾ। ਇਹ ਵੀ ਮੁੱਖ ਪੁਆਇੰਟ ਹੈ। ਆਪਾਂ ਪਹਿਲੀ ਗੱਲ ਕਹੀ ਸੀ ਕਿ ਜਨਤਾ ਤੇ ਸਰਕਾਰ ਦੇ ਵਿੱਚ ਰਾਜਨੀਤਿਕ ਦਲ ਨੇ ਜਿਹੜੇ ਉਹ ਕੜੀ ਦਾ ਕੰਮ ਕਰਦੇ ਨੇ। ਕੜੀ ਦਾ ਕੰਮ ਕਰਨ ਦਾ ਮਤਲਬ ਕੀ ਹੈ ਕਿ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਉਹ ਸਰਕਾਰ ਤੱਕ ਲੈ ਕੇ ਆਉਂਦੇ ਨੇ ਤੇ ਸਰਕਾਰਾਂ ਦੇ ਜਿਹੜੇ ਕਾਨੂੰਨ ਨੇ ਉਹ ਲੋਕਾਂ ਦੇ ਉੱਤੇ ਜਦੋਂ ਲਾਗੂ ਹੁੰਦੇ ਨੇ ਉਹਨਾਂ ਦੇ ਜਿਹੜੇ ਸਿੱਕਵੇ ਸ਼ਿਕਾਇਤਾਂ ਨੇ ਉਹ ਵੀ ਕਈ ਵਾਰੀ ਪਾਰਟੀਆਂ ਰਾਹੀਂ ਉੱਪਰ ਤੱਕ ਜਾਂਦੀ ਨੇ। ਤੇ ਇਸੇ ਦੇ ਤਹਿਤ ਹੀ ਜਿਹੜੀ ਲੋਕ ਰਾਏ ਭਾਵ ਲੋਕਾਂ ਦੇ ਵਿੱਚ ਕੀ ਚੱਲ ਰਿਹਾ ਹੈ, ਲੋਕ ਕੀ ਚਾਹੁੰਦੇ ਨੇ, ਲੋਕ ਜੋ ਚਾਹੁੰਦੇ ਹੋਣਗੇ, ਜਿਸ ਪਾਰਟੀ ਦੇ ਮੈਨੀਫੈਸਟੋ ਨੂੰ ਲਾਈਕ ਕਰਦੇ ਹੋਣਗੇ, ਪਸੰਦ ਕਰਦੇ ਹੋਣਗੇ, ਉਸ ਪਾਰਟੀ ਨੂੰ ਜਿਤਾਉਣਗੇ। ਸੋ ਲੋਕਾਂ ਦੀ ਰਾਏ ਦੇ ਅਨੁਸਾਰ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਉਹ ਵਾਅਦੇ ਕਰਦੀਆਂ ਨੇ, ਲੋਕਾਂ ਦੀ ਰਾਏ ਨੂੰ ਆਪਣੇ ਮੈਨੀਫੈਸਟੋ ਦਾ ਹਿੱਸਾ ਬਣਾਉਂਦੀਆਂ ਨੇ। ਆਪਣੇ ਮੈਨੀਫੈਸਟੋ ਦਾ ਹਿੱਸਾ ਬਣਾਉਣ ਤੋਂ ਬਾਅਦ ਜਿਹੜੀ ਲੋਕ ਰਾਏ ਹੈ ਜਿੱਤਣ ਤੋਂ ਬਾਅਦ ਉਹ ਸਰਕਾਰ ਤੱਕ ਲੈ ਕੇ ਜਾਂਦੇ ਨੇ। ਜੇਕਰ ਪਾਰਟੀਆਂ ਨਾ ਹੋਣ ਤਾਂ ਇਹ ਕੰਮ ਆ ਜਿਹੜਾ ਉਹ ਰਸਤੇ ਵਿੱਚ ਹੀ ਖਿੰਡ ਪੁੰਡ ਜਾਣਾ। ਇਹਦੇ ਵਿੱਚ ਇੱਕ ਗੱਲ ਹੋਰ ਆਪਣੇ ਸਮਝਣ ਵਾਲੀ ਹੈ ਕਿ ਰਾਜਨੀਤਿਕ ਜਿਹੜੇ ਦਲ ਨੇ ਉਹ ਕਿਉਂ ਜ਼ਰੂਰੀ ਨੇ। ਮੰਨ ਲਓ ਕਿਸੇ ਰਾਜਨੀਤਿਕ ਦਲ ਨਹੀਂ ਹੈ, ਵੱਖ-ਵੱਖ ਸੀਟਾਂ ਦੇ ਲਈ ਭਾਵ ਸੰਸਦ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਮੀਦਵਾਰ ਵੱਖ-ਵੱਖ ਉਮੀਦਵਾਰ ਜਿੱਤੇ ਨੇ। ਹੁਣ ਬਹੁਮਤ ਦੇ ਆਧਾਰ ਦੇ ਉੱਤੇ ਸਰਕਾਰ ਬਣਾਉਣੀ ਹੈ। ਹੁਣ ਇਕੱਲੇ ਉਮੀਦਵਾਰ ਨੂੰ ਇਕੱਲੇ ਇਨਸਾਨ ਨਾਲ ਸੰਪਰਕ ਕਰਨਾ ਪਵੇਗਾ, ਇਹ ਤਾਂ ਸੰਭਵ ਨਹੀਂ ਹੈ ਨਾ। ਸਗੋਂ ਜੇਕਰ ਪਾਰਟੀਆਂ ਵੱਲੋਂ ਉਮੀਦਵਾਰ ਖੜੇ ਹੋਏ ਨੇ, ਇੱਕ ਤਾਂ ਲੋਕਾਂ ਨੂੰ ਸੌਖਾ ਹੋ ਗਿਆ ਕਿ ਇੱਕ ਪਾਰਟੀ ਹਰੇਕ ਉਮੀਦਵਾਰ ਤੋਂ ਪੁੱਛਣ ਦੀ ਲੋੜ ਨਹੀਂ ਪਈ ਕਿ ਵੀ ਤੇਰਾ ਪ੍ਰੋਗਰਾਮ ਕੀ ਹੈ, ਤੇਰੇ ਵਾਅਦੇ ਕੀ ਨੇ, ਤੂੰ ਕੀ ਕਰੇਂਗਾ ਸਾਡੇ ਲਈ ਜੇ ਤੂੰ ਜਿੱਤ ਜਾਣਾ। ਸਗੋਂ ਉਹ ਜਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਉਸ ਪਾਰਟੀ ਦੇ ਮੈਨੀਫੈਸਟੋ ਦੇ ਅਨੁਸਾਰ, ਉਸ ਪਾਰਟੀ ਦੇ ਵਾਅਦਿਆਂ ਦੇ ਅਨੁਸਾਰ ਹੀ ਲੋਕ ਨੇ ਜਿਹੜੇ ਉਹਦੇ 'ਤੇ ਵਿਸ਼ਵਾਸ ਕਰ ਲੈਂਦੇ ਨੇ। ਦੂਜਾ ਜਿਹੜੀ ਮੈਂ ਪਹਿਲਾਂ ਗੱਲ ਆਪਾਂ ਕਰ ਰਹੇ ਸੀਗੇ ਕਿ ਜਦੋਂ ਸਰਕਾਰ ਬਣਾਉਣੀ ਆ ਤਾਂ ਕੱਲਾ ਜਿਹੜਾ ਮੈਂਬਰ ਆ ਉਹ ਦੂਸਰੇ ਮੈਂਬਰਾਂ ਨੂੰ ਮਿਲ ਕੇ ਜਿਹੜੀ ਬਹੁਮਤ ਦੇ ਸਾਬਤ ਨਹੀਂ ਕਰੇਗਾ। ਇਹ ਬਹੁਤ ਔਖਾ ਕੰਮ ਹੈ। ਜੇਕਰ ਪਾਰਟੀਆਂ ਰਾਹੀਂ ਸਾਨੂੰ ਸੌਖਾ ਪਤਾ ਲੱਗ ਜਾਏਗਾ ਕਿ ਇਸ ਪਾਰਟੀ ਦੇ ਇੰਨੇ ਨੇ, ਇਸ ਪਾਰਟੀ ਦੇ ਇੰਨੇ ਬੰਦੇ ਜਿਹੜੇ ਉਹ ਜਿੱਤੇ ਨੇ, ਇਸ ਕਰਕੇ ਇੰਨੀਆਂ ਪਾਰਟੀਆਂ ਜੇ ਇਕੱਠੀਆਂ ਹੁੰਦੀਆਂ ਨੇ, ਆਹ ਪਾਰਟੀ ਜੇ ਇਕੱਠੀ ਹੁੰਦੀ ਹੈ ਤਾਂ ਉਹਨਾਂ ਨੂੰ ਜਿਹੜਾ ਸਰਕਾਰ ਬਣਾਉਣੀ ਹੈ ਜਿਹੜੀ ਉਹ ਸੌਖੀ ਹੋ ਜਾਵੇਗੀ। ਇਹ ਵੀ ਜਿਹੜਾ ਮੁੱਖ ਕੰਮ ਹੈ ਕਿਉਂਕਿ ਜਿਹੜਾ ਪਛਾਣਨ ਵਾਲੀ ਸਿਸਟਮ ਆ ਉਹ ਬਹੁਤ ਸੌਖਾ ਹੋ ਜਾਵੇਗਾ। ਸੋ ਲੋਕ ਰਾਏ ਨੂੰ ਸਰਕਾਰ ਤੱਕ ਲੈ ਕੇ ਆਉਣਾ ਜਿਹੜਾ ਉਹ ਰਾਜਨੀਤਿਕ ਦਲਾਂ ਦਾ ਜਿਹੜਾ ਮੁੱਖ ਕੰਮ ਹੈ। ਪ੍ਰਚਾਰ ਕਰਨਾ ਪਿਆਰੇ ਵਿਦਿਆਰਥੀਓ, ਤੁਸੀਂ ਦੇਖਦੇ ਹੋਵੋਗੇ ਵੋਟਾਂ ਦੇ ਦਿਨਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਲੀਡਰ ਲੋਕਾਂ ਦੇ ਵਿੱਚ ਆਉਂਦੇ ਨੇ। ਵਟਸਐਪ, ਫੇਸਬੁੱਕ, ਜਿੰਨੇ ਵੀ ਪ੍ਰਚਾਰ ਦੇ ਸਾਧਨ ਨੇ ਉਹਨਾਂ ਸਾਧਨਾਂ ਨੂੰ ਵਰਤ ਕੇ ਵੋਟਰਾਂ ਨੂੰ ਭਰਮਾਇਆ ਜਾਂਦਾ ਜਾਂ ਵੋਟਰਾਂ ਦੇ ਨਾਲ ਵਾਅਦੇ ਕੀਤੇ ਜਾਂਦੇ ਨੇ, ਵੋਟਰਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ। ਕਈ ਵਾਰੀ ਸੰਗਤ ਦਰਸ਼ਨ ਹੋ ਗਏ, ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ, ਲੋਕਾਂ ਦੇ ਵਿੱਚ ਜਾ ਕੇ ਵੱਡੇ ਪ੍ਰੋਗਰਾਮ ਬਣਾਏ ਜਾਂਦੇ ਨੇ ਤਾਂ ਕਿ ਜਿਹੜਾ ਲੋਕਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ, ਉਹਨਾਂ ਦੇ ਜਿਹੜੇ ਵਾਅਦੇ ਨੇ, ਉਹਨਾਂ ਦਾ ਪ੍ਰਚਾਰ ਹੋ ਸਕੇ। ਇਸ ਵਾਅਦਿਆਂ ਦੇ ਨਾਲ, ਇਸ ਪ੍ਰਚਾਰ ਦੇ ਨਾਲ ਹੀ ਜਿਹੜੇ ਲੋਕ ਨੇ ਉਹ ਉਹਨਾਂ ਦੀ ਪਾਰਟੀ ਨੂੰ ਪਸੰਦ ਕਰਨਗੇ, ਉਹ ਉਹਨਾਂ ਦੀ ਪਾਰਟੀ ਦੇ ਪੱਖ ਦੇ ਵਿੱਚ ਵੋਟਾਂ ਪਾਉਣਗੇ। ਸੋ ਆਪਣੀ ਪਾਰਟੀ ਦੇ ਹੱਕ ਦੇ ਲਈ, ਆਪਣੀ ਪਾਰਟੀ ਦੀ ਜਿੱਤ ਦੇ ਲਈ ਪ੍ਰਚਾਰ ਕਰਨਾ ਇਹ ਵੀ ਰਾਜਨੀਤਿਕ ਦਲਾਂ ਦੇ ਜਿਹੜੇ ਕੰਮ ਦੇ ਵਿੱਚ ਉਹ ਸ਼ਾਮਲ ਹੈ। ਅਗਲਾ ਗਾ ਲੋਕਾਂ ਸਾਹਮਣੇ ਆਪਣਾ ਮੈਨੀਫੈਸਟੋ ਤੇ ਉਦੇਸ਼ ਰੱਖਣੇ। ਆਪਾਂ ਨੇ ਪਹਿਲਾਂ ਪੁਆਇੰਟ ਕੀਤਾ ਪ੍ਰਚਾਰ ਕਰਨਾ। ਪ੍ਰਚਾਰ ਕਾਹਦਾ ਕਰਨਾ? ਆਪਣੇ ਉਦੇਸ਼ਾਂ ਦਾ, ਆਪਣੇ ਮੈਨੀਫੈਸਟੋ ਦਾ। ਮੈਨੀਫੈਸਟੋ ਕੀ ਹੁੰਦਾ ਹੈ? ਇੱਕ ਪਾਰਟੀ ਦਾ ਇੱਕ ਪ੍ਰੋਗਰਾਮ ਕਿ ਜੇ ਅਸੀਂ ਜਿੱਤ ਗਏ ਤਾਂ ਅਸੀਂ ਆਹ ਪ੍ਰੋਗਰਾਮ ਲੈ ਕੇ ਆਵਾਂਗੇ, ਦੇਸ਼ ਦਾ ਵਿਕਾਸ ਕਰਾਂਗੇ, ਲੋਕਾਂ ਦਾ ਵਿਕਾਸ ਕਰਾਂਗੇ, ਆਹ ਬਿੱਲ ਲੈ ਕੇ ਆਵਾਂਗੇ, ਆਹ ਜਿਹੜੀਆਂ ਸਕੀਮਾਂ ਨੇ ਉਹ ਚਲਾਵਾਂਗੇ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ। ਸੋ
ਪ੍ਰਚਾਰ ਦੇ ਵਿੱਚ ਇਹ ਚੀਜ਼ ਸ਼ਾਮਲ ਹੁੰਦੀ ਆ ਵੀ ਲੋਕਾਂ ਦੇ ਸਾਹਮਣੇ ਜਿਹੜਾ ਆਪਦਾ ਮੈਨੀਫੈਸਟੋ ਆ ਉਹ ਰਾਜਨੀਤਿਕ ਦਲ ਰੱਖਦੇ ਨੇ। ਪਹਿਲਾਂ ਮੈਨੀਫੈਸਟੋ ਜਿਹੜਾ ਪਾਰਟੀ ਦੀ ਲੀਡਰਸ਼ਿਪ ਵੱਲੋਂ ਹੈੱਡ ਵੱਲੋਂ ਜਾਰੀ ਕੀਤਾ ਜਾਂਦਾ ਹੈ, ਉਹਦੇ ਵਿੱਚ ਲੁਭਾਵਣੇ ਜਿਹੜੇ ਵਾਅਦੇ ਹੁੰਦੇ ਨੇ ਉਹਨਾਂ ਵਾਅਦਿਆਂ ਦੇ ਰਾਹੀਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਲੋਕ ਨੇ ਜਿਹੜੇ ਉਹਨਾਂ ਵਾਅਦਿਆਂ ਰਾਹੀਂ ਜਿਹੜੇ ਜੁੜ ਸਕਣ ਤੇ ਵੋਟ ਦੇ ਲਈ ਜਿਹੜੇ ਪ੍ਰਭਾਵਿਤ ਹੋ ਸਕਣ। ਸੋ ਲੋਕਾਂ ਦੇ ਸਾਹਮਣੇ ਮੈਨੀਫੈਸਟੋ ਰੱਖ ਕੇ ਤੁਸੀਂ ਬਹੁਤ ਵਾਰ ਸੁਣਿਆ ਹੋਊਗਾ ਕਿ ਬਹੁਤ ਸਾਰੇ ਵਾਅਦੇ ਕਿ ਲੋਕਾਂ ਨੂੰ ਰੁਜ਼ਗਾਰ ਦਿਆਂਗੇ, ਅਸੀਂ ਲੋਕਾਂ ਨੂੰ ਇੰਨੇ ਲੱਖ ਨੌਕਰੀਆਂ ਦਿਆਂਗੇ, ਅਸੀਂ ਇੱਥੇ ਇੰਨੀ ਇੰਡਸਟਰੀ ਲਾਵਾਂਗੇ, ਇਸ ਤਰ੍ਹਾਂ ਦੇ ਵਾਅਦੇ ਕਿ ਤਾਂ ਕਿ ਲੋਕ ਉਹਨਾਂ ਨੂੰ ਜਿਹੜਾ ਮੈਨੀਫੈਸਟੋ ਨੂੰ ਪੜ੍ਹ ਕੇ ਜਾਂ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਉਹਨਾਂ ਦੇ ਪ੍ਰਚਾਰ ਨੂੰ ਸੁਣ ਕੇ ਉਹਨਾਂ ਨੂੰ ਜਿਤਾ ਸਕਣ ਤੇ ਉਹਨਾਂ ਦੀ ਸਰਕਾਰ ਆ ਜਿਹੜਾ ਉਹਦਾ ਗਠਨ ਹੋ ਸਕੇ। ਸੋ ਲੋਕਾਂ ਦੇ ਸਾਹਮਣੇ ਆਪਣਾ ਮੈਨੀਫੈਸਟੋ ਤੇ ਉਦੇਸ਼ ਰੱਖਣਾ ਇਹ ਸਾਰਾ ਵੀ ਰਾਜਨੀਤਿਕ ਦਲਾਂ ਦੇ ਕੰਮਾਂ ਦੇ ਵਿੱਚ ਸ਼ਾਮਲ ਹੈ। ਲੋਕ ਸਭਾ ਵਿੱਚ ਬਹੁਮਤ ਹੋਣ ਤੇ ਸਰਕਾਰ ਬਣਾਉਣਾ। ਲੋਕ ਸਭਾ ਚਾਹੇ ਵਿਧਾਨ ਸਭਾ ਵੱਖ-ਵੱਖ ਰਾਜਾਂ ਦੀਆਂ, ਉੱਥੇ ਜਦੋਂ ਵੋਟਾਂ ਪੈਂਦੀਆਂ ਨੇ, ਜਦੋਂ ਕਿਸੇ ਰਾਜ ਦੀਆਂ ਵੋਟਾਂ ਪੈਂਦੀਆਂ ਨੇ ਵਿਧਾਨ ਸਭਾ ਦੀਆਂ, ਤਾਂ ਮੰਨ ਲਓ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਸੀਟਾਂ 117 ਨੇ। ਇੱਥੇ ਵੱਖ-ਵੱਖ ਪਾਰਟੀਆਂ ਆਪਣੇ ਹਰੇਕ ਸੀਟ ਦੇ ਉੱਤੇ ਕੈਂਡੀਡੇਟ ਖੜੇ ਕਰਦੀਆਂ ਨੇ। ਉਹਨਾਂ ਕੈਂਡੀਡੇਟਾਂ ਦੇ ਵਿੱਚੋਂ ਜਿਹੜੀ ਪਾਰਟੀ ਜਿੱਤ ਜਾਂਦੀ ਹੈ ਬਹੁਮਤ ਦੇ ਆਧਾਰ ਦੇ ਉੱਤੇ, ਭਾਵ ਅੱਧ 50% ਸੀਟਾਂ ਜਿਹੜੀ ਪਾਰਟੀ ਲੈ ਜਾਂਦੀ ਆ ਉਹਦੀ ਸਰਕਾਰ ਆ ਜਿਹੜੀ ਉਹ ਬਣ ਜਾਂਦੀ ਹੈ। ਸੋ ਜਿਹੜੀ ਪਾਰਟੀ ਜਿੱਤਦੀ ਹੈ, ਜਿਹੜੀ ਪਾਰਟੀ ਦਾ ਬਹੁਮਤ ਹੁੰਦਾ, ਇਸੇ ਤਰ੍ਹਾਂ ਹੀ ਆਪਾਂ ਲੋਕ ਸਭਾ ਅਨੁਸਾਰ ਦੇਖ ਸਕਦੇ ਹਾਂ ਕਿ ਜਦੋਂ ਕੇਂਦਰ ਦੇ ਵਿੱਚ ਸਰਕਾਰ ਬਣਦੀ ਹੈ, ਜਦੋਂ ਲੋਕ ਸਭਾ ਦੀਆਂ ਵੋਟਾਂ ਪੈਂਦੀਆਂ ਨੇ ਤਾਂ ਉਸ ਸਮੇਂ ਲੋਕ ਸਭਾ ਦੇ ਵਿੱਚੋਂ ਬਹੁਮਤ ਜਿਹੜੀ ਪਾਰਟੀ ਪ੍ਰਾਪਤ ਕਰਦੀ ਹੈ ਉਸ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਬਣ ਜਾਂਦੀ ਹੈ। ਸੋ ਲੋਕ ਸਭਾ ਦੇ ਵਿੱਚ ਬਹੁਮਤ ਹੋਣ 'ਤੇ ਜਾਂ ਵਿਧਾਨ ਸਭਾ ਦੇ ਵਿੱਚ ਬਹੁਮਤ ਹੋਣ 'ਤੇ ਸਰਕਾਰ ਜਿਹੜਾ ਬਣਾਉਣਾ ਇਹ ਵੀ ਕੰਮ ਕਿਹਦਾ ਗਾ? ਰਾਜਨੀਤਿਕ ਦਲਾਂ ਦਾ। ਸਰਕਾਰ ਬਣਾਉਣ ਦਾ ਕੰਮ ਆ ਜਿਹੜਾ ਇਹ ਸੌਖਾ ਨਹੀਂ। ਕਈ ਵਾਰੀ ਜਿਹੜਾ ਕਲੀਅਰ ਮੈਂਡੇਟ ਉਹ ਨਹੀਂ ਮਿਲਦਾ ਹੁੰਦਾ। ਮੰਨ ਲਓ ਪੰਜਾਬ ਦੇ 117 ਜਿਹੜੀਆਂ ਸੀਟਾਂ ਨੇ ਉਹਦੇ ਵਿੱਚੋਂ ਵੱਖ-ਵੱਖ ਪਾਰਟੀਆਂ ਨੂੰ ਪੂਰਾ ਬਹੁਮਤ ਨਹੀਂ ਮਿਲਿਆ, ਤਾਂ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹਨਾਂ ਨਾਲ ਗਠਬੰਧਨ ਕੀਤਾ ਜਾਂਦਾ ਹੈ। ਗਠਬੰਧਨ ਕਰਕੇ ਫਿਰ ਗਠਬੰਧਨ ਦੀ ਸਰਕਾਰ ਆ ਜਿਹੜੀ ਉਹ ਚਲਾਈ ਜਾਂਦੀ ਹੈ। ਸੋ ਇਹ ਸਭ ਤੋਂ ਮੁੱਖ ਕੰਮ ਹੈ ਰਾਜਨੀਤਿਕ ਦਲਾਂ ਦਾ ਕਿ ਲੋਕ ਸਭਾ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਬਹੁਮਤ ਹੋਣ 'ਤੇ ਸਰਕਾਰ ਬਣਾਉਣਾ। ਇਹਦੇ ਨਾਲ ਹੀ ਆਪਾਂ ਪਿਆਰੇ ਵਿਦਿਆਰਥੀ ਇਹ ਵੀ ਦੇਖ ਸਕਦੇ ਹਾਂ ਕਿ ਨੀਤੀਆਂ ਬਣਾਉਣਾ। ਮੰਨ ਲਓ ਕੋਈ ਵੀ ਪਾਰਟੀ ਜਦੋਂ ਜਿੱਤ ਕੇ ਸਰਕਾਰ 'ਚ ਆਉਂਦੀ ਹੈ ਤਾਂ ਫਿਰ ਉਸ ਪਾਰਟੀ ਵੱਲੋਂ ਜੋ ਵਾਅਦੇ ਕੀਤੇ ਜਾਂਦੇ ਨੇ, ਉਸ ਪਾਰਟੀ ਵੱਲੋਂ ਜਿਹੜੀ ਮੰਤਰੀ ਮੰਡਲ ਬਣਾਇਆ ਜਾਂਦਾ, ਆਪਣੇ ਇਹ ਵੀ ਸਾਹਮਣੇ ਆ ਕਿ ਰਾਜਨੀਤਿਕ ਦਲਾਂ ਦੇ ਵਿੱਚੋਂ ਫਿਰ ਆਪਣੇ ਦਲ ਦੇ ਵਿੱਚੋਂ ਜਿਹੜਾ ਦਲ ਜਿੱਤ ਜਾਂਦਾ ਸੈਂਟਰ ਸਰਕਾਰ ਦੇ ਵਿੱਚ ਮਾਨਯੋਗ ਰਾਸ਼ਟਰਪਤੀ ਜੀ ਵੱਲੋਂ, ਤੇ ਜਿਹੜਾ ਆਪਣਾ ਰਾਜ ਸਰਕਾਰਾਂ ਨੇ ਉਹਦੇ ਵੱਲੋਂ ਮਾਨਯੋਗ ਗਵਰਨਰ ਵੱਲੋਂ ਮੰਤਰੀ ਮੰਡਲ ਜਿਹੜੀ ਉਹਦੀ ਨਿਯੁਕਤੀ ਆ ਉਹ ਕੀਤੀ ਜਾਂਦੀ ਆ। ਤੇ ਉਹ ਵੱਖ-ਵੱਖ ਮਹਿਕਮਿਆਂ ਦੇ ਵੱਖ-ਵੱਖ ਮੰਤਰੀ ਆਪਣੇ ਮਹਿਕਮਿਆਂ ਦੇ ਅਨੁਸਾਰ ਜਿਵੇਂ ਦੇ ਵਾਅਦੇ ਕੀਤੇ ਹੁੰਦੇ ਨੇ, ਪਾਰਟੀ ਨੇ ਜਦੋਂ ਪਾਰਟੀ ਪ੍ਰਚਾਰ ਕਰ ਰਹੀ ਸੀ ਵੋਟਾਂ ਤੋਂ ਪਹਿਲਾਂ ਉਸ ਤਰ੍ਹਾਂ ਦੀਆਂ ਪਾਲਿਸੀਜ਼, ਉਸ ਤਰ੍ਹਾਂ ਦੇ ਜਿਹੜੇ ਕੰਮ ਨੇ, ਉਸ ਤਰ੍ਹਾਂ ਦੇ ਬਿੱਲ ਨੇ ਜਿਹੜੇ ਉਹ ਪੇਸ਼ ਕੀਤੇ ਜਾਂਦੇ ਨੇ ਤਾਂ ਕਿ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸੀ ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਜਾ ਸਕੇ ਤੇ ਅਗਲੀ ਵਾਰ ਅਗਲੇ ਟਨੌਰ ਦੇ ਵਿੱਚ ਵੀ ਜਿੱਤ ਆ ਜਿਹੜੀ ਉਹ ਪ੍ਰਾਪਤ ਕੀਤੀ ਜਾ ਸਕੇ। ਇਹਦੇ ਵਿੱਚ ਇਹ ਵੀ ਆ ਕਿ ਜਦੋਂ ਬਹੁਮਤ ਪ੍ਰਾਪਤ ਹੋ ਗਿਆ ਚਾਹੇ ਲੋਕ ਸਭਾ ਦੇ ਵਿੱਚ ਚਾਹੇ ਵਿਧਾਨ ਸਭਾ ਦੇ ਵਿੱਚ, ਜੋ ਪਾਰਟੀ ਸਰਕਾਰ ਵਿੱਚ ਨਹੀਂ ਉਹ ਵਿਰੋਧੀ ਧਿਰ ਬਣ ਕੇ ਸਰਕਾਰ ਉੱਤੇ ਸਹੀ ਕੰਮ ਕਰਨ ਲਈ ਦਬਾਅ ਬਣਾਉਂਦੀ ਹੈ। ਜਿਹੜੀ ਪਾਰਟੀ ਜਿੱਤ ਗਈ ਬਹੁਮਤ ਦੇ ਆਧਾਰ ਦੇ ਉੱਤੇ, ਚਾਹੇ ਉਹ ਵਿਧਾਨ ਸਭਾ ਦੇ ਵਿੱਚ ਹੈ ਚਾਹੇ ਉਹ ਲੋਕ ਸਭਾ ਦੇ ਵਿੱਚ ਹੈ, ਜਿਹੜੀ ਪਾਰਟੀ ਜਿੱਤੀ ਹੈ, ਇੱਕ ਪਾਰਟੀ ਤਾਂ ਜਿੱਤੀ ਹੈ, ਦੂਸਰੀ ਪਾਰਟੀ ਜਿਹੜੀ ਪਾਰਟੀ ਹਾਰੀ ਹੈ ਜਾਂ ਜਿਹਦੀਆਂ ਘੱਟ ਸੀਟਾਂ ਨੇ ਦੂਸਰੇ ਨੰਬਰ 'ਤੇ, ਉਹ ਪਾਰਟੀ ਆਪਣੇ ਘਰ ਨਹੀਂ ਜਾਏਗੀ, ਸਗੋਂ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਚਾਹੇ ਉਹ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਸਗੋਂ ਭਾਰਤ ਦੇ ਵਿੱਚ ਤਾਂ ਇਸ ਗੱਲ ਦੇ ਲਈ ਪੂਰਾ ਕਾਨੂੰਨੀ ਪ੍ਰੋਸੀਜਰ ਵੀ ਅਪਣਾਇਆ ਗਿਆ ਹੈ। ਭਾਰਤ ਦੇ ਵਿੱਚ ਹਰੇਕ ਹਾਊਸ ਦੇ ਵਿੱਚ ਇੱਕ ਵਿਰੋਧੀ ਧਿਰ ਦਾ ਨੇਤਾ ਲਗਾਇਆ ਜਾਂਦਾ ਹੈ। ਵਿਰੋਧੀ ਧਿਰ ਦੇ ਨੇਤਾ ਨੂੰ ਬਹੁਤ ਸਾਰੇ ਅਧਿਕਾਰ ਨੇ ਜਿਹੜੇ ਉਹ ਦਿੱਤੇ ਜਾਂਦੇ ਨੇ, ਬਹੁਤ ਸਾਰੀਆਂ ਕਮੇਟੀਆਂ ਬਣਦੀਆਂ ਨੇ, ਬਹੁਤ ਸਾਰੀ ਰਿਕਰੂਟਮੈਂਟ ਜਾਂ ਬਹੁਤ ਸਾਰੀ ਨਿਯੁਕਤੀਆਂ ਇਸ ਕਿਸਮ ਦੀਆਂ ਕੀਤੀਆਂ ਜਾਂਦੀਆਂ ਨੇ। ਜਿਵੇਂ ਮੰਨ ਲਓ CBI ਦਾ ਡਾਇਰੈਕਟਰ ਲਾਉਣਾ ਹੈ, CBC ਕਮਿਸ਼ਨ ਚੁਣਨਾ ਹੈ, ਐਵੇਂ ਦੀ ਇਹ ਸਾਰਾ ਕੰਮ ਕਰਨ ਦੇ ਲਈ ਜਿਹੜੀਆਂ ਕਮੇਟੀਆਂ ਬਣਦੀਆਂ ਨੇ ਤਾਂ ਇਹਨਾਂ ਕਮੇਟੀਆਂ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਦਾ ਸ਼ਾਮਲ ਹੋਣਾ ਜ਼ਰੂਰੀ ਹੈ।
ਵਿਰੋਧੀ ਧਿਰ ਦੇ ਨੇਤਾ ਨੂੰ ਜਿਹੜੀ ਤਨਖਾਹ ਉਹ ਕੈਬਨਿਟ ਰੈਂਕ ਦੀ ਮਿਲਦੀ ਹੈ, ਭਾਵ ਕਿ ਉਹਦਾ ਬੋਲਣਾ ਜ਼ਰੂਰੀ ਹੈ। ਉਹ ਕਾਨੂੰਨੀ ਤੌਰ ਦੇ ਉੱਤੇ ਹਰੇਕ ਗੱਲ ਦਾ, ਜਿਹੜੀ ਗੱਲ ਹੈ, ਜਿਹੜਾ ਵੀ ਬਿੱਲ ਸਰਕਾਰ ਵੱਲੋਂ ਪਾਸ ਕੀਤਾ ਗਿਆ ਹੈ, ਜਿਹੜੀ ਵੀ ਗੱਲ ਸਰਕਾਰ ਵੱਲੋਂ ਰੱਖੀ ਗਈ ਹੈ, ਉਹਦਾ ਵਿਰੋਧ ਕਰ ਸਕਦਾ ਹੈ। ਭਾਵ ਕਿ ਪਾਰਟੀਆਂ ਦਾ ਕੰਮ ਇਹ ਨਹੀਂ ਕਿ ਸਰਕਾਰ ਬਣਾਈ, ਨੀਤੀਆਂ ਲਾਗੂ ਕੀਤੀਆਂ, ਜਾਂ ਚੋਣਾਂ ਤੋਂ ਬਾਅਦ ਜਿਹੜੀ ਪਾਰਟੀ ਜਿੱਤ ਗਈ ਉਸੇ ਨੇ ਕੰਮ ਕਰਨੇ ਨੇ। ਜਿਹੜੀ ਪਾਰਟੀ ਹਾਰ ਗਈ ਉਹਨੇ ਜਿਹੜੀ ਪਾਰਟੀ ਜਿੱਤੀ ਹੋਈ ਆ ਉਹਦੇ ਕੰਮਾਂ ਦਾ ਆਲੋਚਨਾ ਵੀ ਕਰਨੀ ਹੈ, ਉਹਦੇ ਕੰਮਾਂ ਦੇ ਉੱਤੇ ਇੱਕ ਚੈੱਕ ਵੀ ਬਣਨਾ। ਜਦੋਂ ਕੋਈ ਵੀ ਬਿੱਲ ਪੇਸ਼ ਹੁੰਦਾ ਤਾਂ ਉਹਦੀਆਂ ਕਮੀਆਂ ਗਿਣਾਉਣੀਆਂ ਨੇ। ਇਹ ਕਮੀਆਂ ਨਾਲ ਹੀ ਲੋਕਾਂ ਦਾ ਜਿਹੜਾ ਪ੍ਰੈਸ਼ਰ ਹੈ ਜਾਂ ਸਰਕਾਰਾਂ ਦੇ ਉੱਤੇ ਜਿਹੜਾ ਇੱਕ ਚੈੱਕ ਲਾਉਣ ਵਾਲਾ ਕੰਮ ਹੈ ਉਹ ਹੋ ਜਾਂਦਾ ਹੈ। ਸੋ ਰਾਜਨੀਤਿਕ ਦਲਾਂ ਦੇ ਇੱਕ ਮੁੱਖ ਕੰਮ ਇਹ ਵੀ ਹੈ ਕਿ ਜੇਕਰ ਤੁਸੀਂ ਸਰਕਾਰ ਵਿੱਚ ਨਹੀਂ ਹੋ ਤਾਂ ਤੁਹਾਨੂੰ ਵਿਰੋਧੀ ਧਿਰ ਬਣ ਕੇ ਸਰਕਾਰ ਦੀ ਆਲੋਚਨਾ ਕਰਨੀ ਪਵੇਗੀ। ਇਹਦੇ ਨਾਲ ਲੋਕਾਂ ਦਾ ਜਿਹੜਾ ਉਹ ਭਲਾ ਹੋਵੇਗਾ। ਲੋਕਾਂ ਨੂੰ ਰਾਜਨੀਤੀ ਸੰਬੰਧੀ ਜਾਗਰੂਕ ਕਰਨਾ। ਜਦੋਂ ਰਾਜਨੀਤਿਕ ਦਲ ਪ੍ਰਚਾਰ ਕਰਦੇ ਨੇ, ਚਾਹੇ ਉਹ ਸੋਸ਼ਲ ਮੀਡੀਆ ਦੁਆਰਾ ਹੋ ਗਿਆ, ਚਾਹੇ ਕਿਸੇ ਵੀ ਕਿਸਮ ਦੁਆਰਾ ਪ੍ਰਚਾਰ ਕੀਤਾ ਜਾਂਦਾ ਹੈ, ਰਾਜਨੀਤਿਕ ਦਲ ਜਿਹੜੇ ਨੇ ਜਦੋਂ ਉਹ ਪ੍ਰਚਾਰ ਕਰਦੇ ਨੇ ਤਾਂ ਇਹਦੇ ਨਾਲ ਇੱਕ ਚੀਜ਼ ਜ਼ਰੂਰ ਹੁੰਦੀ ਹੈ ਕਿ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਮਿਲਦੀ ਹੈ। ਜਦੋਂ ਕੋਈ ਗੱਲ ਸਮਝਾਈ ਜਾਂਦੀ ਹੈ ਰਾਜਨੀਤਿਕ ਤੌਰ ਦੇ ਉੱਤੇ ਤਾਂ ਲੋਕਾਂ ਨੂੰ ਰਾਜਨੀਤੀ ਦੀ ਸਮਝ ਆਉਂਦੀ ਹੈ, ਚਾਹੇ ਉਹ ਸਥਾਨਕ ਸਰਕਾਰਾਂ ਦੀਆਂ ਵੋਟਾਂ ਹੋਣ, ਚਾਹੇ ਉਹ ਰਾਜ ਸਰਕਾਰਾਂ ਦੀਆਂ ਵੋਟਾਂ ਹੋਣ, ਚਾਹੇ ਉਹ ਰਾਸ਼ਟਰੀ ਪੱਧਰ ਦੀਆਂ ਵੋਟਾਂ ਹੋਣ। ਉਹਨਾਂ ਦੇ ਵਿੱਚ ਲੋਕਾਂ ਨੂੰ ਸਮਝ ਆਉਂਦਾ ਹੈ ਕਿ ਜਿਹੜਾ ਪੋਲੀਟੀਕਲ ਸਿਸਟਮ ਆ ਸਾਡਾ ਉਹ ਹੈ ਕੀ। ਕਿਉਂਕਿ ਜੇ ਆਪਾਂ ਭਾਰਤ ਦੀ ਮੰਨ ਕੇ ਚੱਲੀਏ ਤਾਂ ਭਾਰਤ ਦੇ ਵਿੱਚ ਬਹੁਤ ਸਾਰਾ ਐਵੇਂ ਦਾ ਅਨਪੜ੍ਹ ਲੋਕ ਰਹਿੰਦੇ ਆ, ਐਵੇਂ ਦੇ ਗਰੀਬ ਲੋਕ ਰਹਿੰਦੇ ਆ ਜਿਨ੍ਹਾਂ ਦਾ ਭਾਰਤ ਦਾ ਜਿਹੜਾ ਇਹ ਟੋਟਲ ਇਲੈਕਸ਼ਨ ਸਿਸਟਮ ਹੈ ਉਹਦੇ ਨਾਲ ਜੁੜੇ ਨਹੀਂ ਸਕੇ, ਟੋਟਲ ਪੋਲੀਟੀਕਲ ਸਿਸਟਮ ਦੇ ਵਿੱਚੋਂ ਬਾਹਰ ਨੇ। ਇਸ ਕਰਕੇ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਜਦੋਂ ਪਾਰਟੀਆਂ ਨੂੰ ਵੋਟਾਂ ਦੀ ਲੋੜ ਹੁੰਦੀ ਹੈ ਉਹ ਉਹਨਾਂ ਲੋਕਾਂ ਤੱਕ ਪਹੁੰਚ ਕਰਦੀਆਂ ਨੇ, ਅਤੇ ਉਹਨਾਂ ਲੋਕਾਂ ਤੱਕ ਪਹੁੰਚ ਕਰਕੇ ਜਦੋਂ ਉਹ ਉਹਨਾਂ ਨੂੰ ਕੋਈ ਨਾ ਕੋਈ ਗੱਲ ਦੱਸਦੀਆਂ ਨੇ, ਲੁਭਾਵਣੇ ਵਾਅਦੇ ਕਰਦੀਆਂ ਨੇ, ਆਪਦਾ ਮੈਨੀਫੈਸਟੋ ਜਾਰੀ ਕਰਦੀਆਂ ਨੇ, ਤਾਂ ਉਹਨਾਂ ਨੂੰ ਥੋੜ੍ਹੀ ਮੋਟੀ, ਜੇ ਜ਼ਿਆਦਾ ਨਹੀਂ ਤਾਂ ਥੋੜ੍ਹੀ ਮੋਟੀ ਪੋਲੀਟੀਕਲ ਸਮਝ ਜਿਹੜੀ ਉਹ ਹੁੰਦੀ ਹੈ। ਸੋ ਰਾਜਨੀਤਿਕ ਦਲਾਂ ਦੇ ਨਾਲ ਜਿਹੜਾ ਰਾਜਨੀਤਿਕ ਸਿੱਖਿਆ ਜਿਹੜੀ ਉਹ ਮਿਲਦੀ ਹੈ। ਲੋਕਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਲੈ ਕੇ ਜਾਣਾ। ਆਪਾਂ ਪਹਿਲਾਂ ਕਹਿ ਚੁੱਕੇ ਹਾਂ ਕਿ ਜਿਹੜੀਆਂ ਲੋਕਾਂ ਦੀਆਂ ਲੋਕ ਮੰਗਾਂ ਨੇ, ਲੋਕ ਰਾਏ ਆ, ਉਹ ਪਾਰਟੀਆਂ ਨੇ ਜਿਹੜੀਆਂ ਉਹ ਸਰਕਾਰ ਤੱਕ ਲੈ ਕੇ ਜਾਂਦੀਆਂ ਨੇ। ਇਹਦੇ ਵਿੱਚ ਇਹ ਨਹੀਂ ਕਿ ਸਿਰਫ ਤੇ ਸਿਰਫ ਜਿਹੜੀ ਸਰਕਾਰ ਬਣਾਈ ਹੋਈ ਆ ਜਿਸ ਪਾਰਟੀ ਨੇ ਉਹੀ ਲੈ ਕੇ ਜਾਏਗੀ, ਸਗੋਂ ਜਿਹੜਾ ਵੀ ਲੈਜਿਸਲੇਚਰ ਉੱਥੇ ਹੈ, ਚਾਹੇ ਉਹ ਵਿਰੋਧੀ ਧਿਰ ਦੇ ਵਿੱਚ ਹੈ, ਚਾਹੇ ਉਹ ਸਰਕਾਰ ਦੇ ਵਿੱਚ ਹੈ, ਉਹ ਲੋਕਾਂ ਦੀਆਂ ਮੰਗਾਂ ਨੂੰ ਜਿਹੜਾ ਹਾਊਸ ਹੈ, ਚਾਹੇ ਉਹ ਵਿਧਾਨ ਸਭਾ ਹੈ, ਚਾਹੇ ਉਹ ਸੰਸਦ ਹੈ, ਉਹਦੇ ਵਿੱਚ ਜਿਹੜਾ ਉਹ ਉਠਾ ਸਕਦਾ ਹੈ। ਇਸ ਕਰਕੇ ਇਹ ਵੀ ਇੱਕ ਵੱਡੀ ਗੱਲ ਹੈ ਕਿ ਲੋਕ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਸਰਕਾਰ ਦੇ ਕੋਲ ਲੈ ਕੇ ਜਾਣਾ ਰਾਜਨੀਤਿਕ ਦਲਾਂ ਦਾ ਮੁੱਖ ਕੰਮ ਹੈ। ਇਹਦੇ ਨਾਲ ਹੀ ਭਾਵੇਂ ਅੱਜ ਕੱਲ੍ਹ ਜਿਹੜੀਆਂ ਮੰਗਾਂ ਨੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਵੀ ਵੱਡੇ ਪੱਧਰ 'ਤੇ ਜਾਂਦੀਆਂ ਨੇ, ਜਾਂ ਦਬਾਓ ਸਮੂਹਾਂ ਦੇ ਸਾਧਨਾਂ ਦੁਆਰਾ ਬਹੁਤ ਸਾਰੇ ਐਵੇਂ ਦੇ ਕੰਮ ਜਿਹੜੇ ਕੀਤੇ ਜਾਂਦੇ ਨੇ, ਬਹੁਤ ਸਾਰੇ ਐਵੇਂ ਦੇ ਐਕਸ਼ਨ ਲਏ ਜਾਂਦੇ ਨੇ ਜਿਹਦੇ ਕਰਕੇ ਲੋਕਾਂ ਨੂੰ ਜਿਹੜੀ ਆਮ ਰਾਏ ਆ, ਲੋਕ ਰਾਏ ਆ, ਉਹ ਸਰਕਾਰ ਤੱਕ ਪਹੁੰਚਦੀ ਹੈ। ਪਾਰਟੀ ਦੇ ਅਨੁਸ਼ਾਸਨ ਅਤੇ ਆਦਰਸ਼ਾਂ ਅਨੁਸਾਰ ਕੰਮ ਕਰਨੇ। ਜਦੋਂ ਕਿਸੇ ਪਾਰਟੀ ਦਾ ਗਠਨ ਕੀਤਾ ਜਾਂਦਾ ਹੈ, ਉਸ ਪਾਰਟੀ ਦੀ ਵਿਚਾਰਧਾਰਾ ਕੀ ਹੈ, ਉਸ ਪਾਰਟੀ ਦੇ ਅਹੁਦੇਦਾਰ ਚੁਣੇ ਕਿਵੇਂ ਜਾਣੇ ਨੇ, ਉਸ ਪਾਰਟੀ ਦੇ ਅਹੁਦੇਦਾਰ ਕੰਮ ਕਿਵੇਂ ਕਰਦੇ ਨੇ, ਉਸ ਪਾਰਟੀ ਨੇ ਨਿਚਲੇ ਕਾਡਰ ਤੱਕ ਪਹੁੰਚ ਕਿਵੇਂ ਕਰਨੀ ਆ, ਇਸ ਸੰਬੰਧੀ ਪਾਰਟੀ ਦੇ ਵੱਖ-ਵੱਖ ਸੰਵਿਧਾਨ ਬਣੇ ਹੁੰਦੇ ਨੇ। ਉਹ ਸੰਵਿਧਾਨ ਕਾਂਗਰਸ ਪਾਰਟੀ ਦਾ ਵੀ ਆ, ਉਹ ਬੀਜੇਪੀ ਦਾ ਵੀ ਹੋ ਸਕਦਾ, ਉਹ ਸ਼੍ਰੋਮਣੀ ਅਕਾਲੀ ਦਲ ਦਾ ਵੀ ਹੋ ਸਕਦਾ। ਇਸ ਕਰਕੇ ਜਿਹੜਾ ਪਾਰਟੀ ਦਾ ਪ੍ਰਧਾਨ ਹੈ ਉਹਨੇ ਜਦੋਂ ਪਾਰਟੀ ਦਾ ਗਠਨ ਕੀਤਾ ਤਾਂ ਪਾਰਟੀ ਦੇ ਗਠਨ ਤੋਂ ਬਾਅਦ ਪਾਰਟੀ ਦੇ ਵਿੱਚ ਅਨੁਸ਼ਾਸਨ ਦੀ ਜ਼ਿੰਮੇਵਾਰੀ ਵੀ ਉਸ ਪਾਰਟੀ ਹੈੱਡ ਦੀ ਹੀ ਹੋਵੇਗੀ। ਭਾਵ ਕਿ ਇੱਕ ਪਾਰਟੀ ਦੀ ਆਪਣੀ ਇੱਕ ਵਿਚਾਰਧਾਰਾ, ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਦੂਸਰੇ ਮੈਂਬਰ ਨੇ ਪਾਰਟੀ ਦੇ ਉਹ ਪਾਰਟੀ ਤੋਂ ਵੱਖਰੀ ਸੁਰ ਅਲਾਪਦੇ ਫਿਰਨ। ਇਸ ਕਰਕੇ ਰਾਜਨੀਤਿਕ ਦਲਾਂ ਦਾ ਇੱਕ ਇਹ ਵੀ ਕੰਮ ਹੈ ਵੀ ਚਾਹੇ ਹਾਊਸ ਦੇ ਵਿੱਚ ਹੋਵੇ ਜਾਂ ਹਾਊਸ ਤੋਂ ਬਾਹਰ ਹੋਵੇ, ਭਾਵ ਵਿਧਾਨ ਸਭਾ, ਲੋਕ ਸਭਾ, ਰਾਜ ਸਭਾ, ਇਹਨਾਂ ਦੇ ਵਿੱਚੋਂ ਹੋਵੇ, ਜਾਂ ਭਾਵੇਂ ਉਹ ਮੈਂਬਰ ਇਹਦੇ ਵਿੱਚੋਂ ਬਾਹਰ ਮੀਡੀਆ ਦੇ ਵਿੱਚ ਵਿਚਰ ਰਿਹਾ ਹੋਵੇ, ਤਾਂ ਉਹਦੇ ਵਿੱਚ ਇੱਕ ਗੱਲ ਜ਼ਰੂਰ ਹੈ ਵੀ ਜਿਹੜਾ ਪਾਰਟੀ ਦਾ ਅਨੁਸ਼ਾਸਨ ਆ ਉਹ ਬਣਾ ਕੇ ਰੱਖਣਾ। ਪਾਰਟੀ ਦੀ ਵਿਚਾਰਧਾਰਾ ਦੇ ਅਨੁਸਾਰ ਹੀ ਜਿਹੜੇ ਬਿਆਨ ਨੇ ਉਹ ਦੇਣੇ ਨੇ। ਜੇਕਰ ਪਾਰਟੀ ਦੀ ਵਿਚਾਰਧਾਰਾ ਦੇ ਬਿਆਨ ਨਹੀਂ ਦੇਣੇ ਤਾਂ ਉਸ ਨੂੰ ਪਾਰਟੀ ਤੋਂ ਬਾਹਰ ਆ ਜਿਹੜਾ ਉਹ ਕੀਤਾ ਜਾ ਸਕਦਾ।
ਸੋ ਪਾਰਟੀ ਦੇ ਆਦਰਸ਼ ਕਿਵੇਂ ਦੇ ਨੇ ਤੇ ਪਾਰਟੀ ਦੇ ਜਿਹੜੇ ਅਨੁਸ਼ਾਸਨ ਕਿਵੇਂ ਦਾ, ਇਸ ਦੇ ਲਈ ਵੀ ਰਾਜਨੀਤਿਕ ਦਲ ਦੇ ਜਿਹੜੀ ਗਠਨ ਹੁੰਦਾ ਜਿਸ ਦੇ ਆਧਾਰ ਤੇ ਜਾਂ ਉਹਦੇ ਪ੍ਰਧਾਨ ਨੇ ਜਿਹੜੇ ਅਹੁਦੇਦਾਰ ਨੇ ਉਹ ਅਨੁਸ਼ਾਸਨ ਜਿਹੜਾ ਉਹ ਬਣਾ ਕੇ ਰੱਖਦੇ ਨੇ। ਵੱਖ-ਵੱਖ ਪਾਰਟੀਆਂ ਦੀ ਆਪਾਂ ਗੱਲ ਕਰ ਸਕਦੇ ਹਾਂ, ਆਪਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਗੱਲ ਕਰ ਸਕਦੇ ਹਾਂਗੇ, ਠੀਕ ਹੈ, ਨਾਲ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਸਕਦੇ ਹਾਂਗੇ। ਤਾਂ ਉਹਨਾਂ ਦੀ ਜਿਹੜੀ ਮੁੱਖ ਲੀਡਰਸ਼ਿਪ ਆ, ਉੱਪਰਲੀ ਲੀਡਰਸ਼ਿਪ ਹੈਗੀ, ਉਹ ਫੈਸਲੇ ਲੈਂਦੀ ਹੈ ਕਿ ਕਿਸ ਤਰ੍ਹਾਂ ਦਾ ਜਿਹੜਾ ਲੋਕਾਂ ਦੇ ਵਿੱਚ ਅਨੁਸ਼ਾਸਨ ਆ ਜਿਹੜਾ ਬਣਾ ਕੇ ਰੱਖਣਾ, ਲੋਕਾਂ ਦੇ ਨਾਲ ਕਿਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਨੇ, ਕਦੋਂ ਰੈਲੀਆਂ ਕਰਨੀਆਂ ਨੇ, ਕਦੋਂ ਸੰਗਤ ਦਰਸ਼ਨ ਕਰਨੇ ਨੇ। ਤਾਂ ਇਹ ਸਾਰਾ ਜਿਹੜਾ ਸਿਸਟਮ ਆ ਉਹ ਪਾਰਟੀਆਂ ਦੁਆਰਾ ਚਲਾਇਆ ਜਾਂਦਾ ਹੈ। ਆਓ ਪਿਆਰੇ ਵਿਦਿਆਰਥੀਓ, ਹੁਣ ਆਪਾਂ ਗੱਲ ਕਰਦੇ ਹਾਂ ਕਿ ਰਾਜਨੀਤਿਕ ਦਲਾਂ ਦੇ ਸਾਨੂੰ ਫਾਇਦੇ ਕਿਉਂ ਨੇ। ਅਸੀਂ ਪਹਿਲਾਂ ਪੜ੍ਹਿਆ ਕਿ ਰਾਜਨੀਤਿਕ ਦਲ ਕਿਉਂ ਬਣਾਏ ਜਾਂਦੇ ਨੇ, ਆਪਾਂ ਰਾਜਨੀਤਿਕ ਦਲਾਂ ਦੇ ਕੰਮ ਪੜ੍ਹੇ ਆ, ਇਹਦੇ ਫਾਇਦੇ ਕੀ ਨੇ ਸਾਨੂੰ। ਸਭ ਤੋਂ ਪਹਿਲਾ ਫਾਇਦਾ ਸਰਕਾਰ ਬਣਾਉਣਾ। ਮੈਂ ਪਹਿਲਾਂ ਕਹਿ ਚੁੱਕਿਆ ਕਿ ਜੇਕਰ ਇੱਕ ਪਾਰਟੀ ਨਹੀਂ ਹੋਊਗੀ ਤਾਂ ਸਾਨੂੰ ਇਕੱਲੇ ਮੈਂਬਰਾਂ ਦੇ ਨਾਲ ਡੀਲ ਕਰਨਾ ਬਹੁਤ ਔਖਾ ਲੱਗੂਗਾ। ਲੋਕਾਂ ਨੂੰ ਵੀ ਇੱਕ ਪਾਰਟੀ ਦਾ ਮੈਨੀਫੈਸਟੋ ਸਮਝਣਾ, ਕਿੱਥੇ ਜਿੰਨੇ ਵੀ ਸਾਰੇ ਮੈਂਬਰ ਨੇ, ਮੰਨ ਲਓ ਲੋਕ ਸਭਾ ਜਾਂ ਰਾਜ ਸਭਾ ਜਾਂ ਵਿਧਾਨ ਸਭਾ ਦੇ, ਉਹਨਾਂ ਸਾਰੇ ਮੈਂਬਰਾਂ ਦਾ ਜਿਹੜਾ ਮੈਨੀਫੈਸਟੋ ਸਮਝਣਾ, ਇਸ ਕਰਕੇ ਉਹ ਉਹਨਾਂ ਲਈ ਔਖਾ ਕੰਮ ਹੈ। ਸੋ ਇੱਕ ਪਾਰਟੀ ਦੀ ਦੂਸਰਾ, ਇੱਕ ਪਾਰਟੀ ਇਕੱਠੇ ਹੋ ਕੇ ਪੂਰੇ ਦੇਸ਼ ਤੱਕ ਪਹੁੰਚ ਕਰ ਸਕਦੀ ਹੈ। ਕੋਈ ਵੀ ਇਕੱਲਾ ਇਨਸਾਨ ਹੈ ਜਿਹੜਾ ਉਹ ਪੂਰੇ ਦੇਸ਼ ਤੱਕ ਪਹੁੰਚ ਨਹੀਂ ਕਰ ਸਕਦਾ। ਇਸ ਕਰਕੇ ਸਰਕਾਰ ਬਣਾਉਣ ਦੇ ਲਈ ਜਿਹੜਾ ਪਾਰਟੀ ਆ ਉਹ ਬਹੁਤ ਜ਼ਰੂਰੀ ਹੈ। ਦੂਜਾ, ਕੜੀ ਦਾ ਕੰਮ, ਲੋਕਾਂ ਦੇ ਤੇ ਸਰਕਾਰ ਦੇ ਵਿੱਚ ਜਿਹੜੀ ਰਾਜਨੀਤਿਕ ਦਲ ਨੇ ਉਹ ਕੜੀ ਦਾ ਕੰਮ ਕਰਦੇ ਨੇ। ਇੱਕ ਕੜੀ ਦੇ ਰੂਪ ਦੇ ਵਿੱਚ ਲੋਕਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਂਦੇ ਨੇ ਤੇ ਸਰਕਾਰ ਦਾ ਜਿਹੜਾ ਮੈਂਡੇਟ ਹੈ, ਸਰਕਾਰ ਦਾ ਜਿਹੜਾ ਹੁਕਮ ਹੈ ਉਹ ਲੋਕਾਂ ਤੱਕ ਪਹੁੰਚਾਉਂਦੇ ਨੇ, ਜਾਂ ਉਹਦੇ ਤਰਕ ਨੇ, ਭਾਵ ਕਿ ਕੋਈ ਕਾਨੂੰਨ ਲਾਗੂ ਕੀਤਾ ਹੈ ਸਰਕਾਰ ਨੇ ਤਾਂ ਉੱਥੋਂ ਦੀ ਪਾਰਟੀ ਇਹ ਤਰਕ ਵੀ ਦਿੰਦੀ ਆ ਵੀ ਇਹ ਕਾਨੂੰਨ ਅਸੀਂ ਨੇ ਤਾਂ ਲਾਗੂ ਕੀਤਾ ਤਾਂ ਕਿ ਤੁਹਾਡਾ ਇਸ ਕਰਕੇ ਭਲਾ ਹੋ ਸਕੇ। ਜਿਵੇਂ ਆਪਾਂ ਸੈਂਟਰ ਸਰਕਾਰ ਦੀ ਗੱਲ ਕਰ ਸਕਦੇ ਹਾਂ ਕਿ ਕੋਈ ਵੀ ਉਹਨਾਂ ਨੇ ਕਾਨੂੰਨ ਲਾਗੂ ਕੀਤਾ ਤਾਂ ਉਹ ਸਮਝਾਉਂਦੇ ਨੇ ਉਸ ਪਾਰਟੀ ਦੇ ਨੁਮਾਇੰਦੇ ਵੀ ਭਾਈ ਇਹ ਕਾਨੂੰਨ ਤਾਂ ਲਾਗੂ ਕੀਤਾ, ਜੇ ਲੋਕ ਵਿਰੋਧ ਕਰਦੇ ਨੇ ਤਾਂ ਉਹਨਾਂ ਨਾਲ ਵਿਰੋਧ ਵਿੱਚ ਜਾ ਕੇ ਗੱਲ ਕੀਤੀ ਜਾਂਦੀ ਹੈ। ਲੋਕ ਮੰਗਾਂ ਨੂੰ ਰਾਜਨੀਤਿਕ ਦਿੱਖ ਦੇ ਕੇ ਸਰਕਾਰ ਤੱਕ ਪਹੁੰਚਾਉਣਾ, ਇਹ ਵੀ ਇੱਕ ਆਰਟ ਦਾ ਕੰਮ ਹੈ। ਇੱਕ ਰਾਜਨੀਤੀਵਾਨ, ਇੱਕ ਸਿਆਸਤਦਾਨ ਇਹ ਕੰਮ ਕਰ ਸਕਦਾ ਹੈ ਕਿ ਜਿਹੜੀਆਂ ਲੋਕਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਸਿਆਸਤ ਦੀ ਦਿੱਖ ਕਿਵੇਂ ਦਿੱਤੀ ਜਾ ਸਕਦੀ ਹੈ, ਰਾਜਨੀਤੀ ਮੰਗਾਂ ਬਣਾ ਕੇ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਕੋਈ ਵੀ ਮੰਗ ਹੈ, ਉਹ ਮੰਗ ਜਦੋਂ ਤੱਕ ਆਪਦੇ ਪੂਰੇ ਸਰਕਲ 'ਚ ਨਹੀਂ ਆਉਂਦੀ, ਜਦੋਂ ਤੱਕ ਉਹ ਰਾਜਨੀਤਿਕ ਰੂਪ ਧਾਰਨ ਨਹੀਂ ਕਰਦੀ, ਜਦੋਂ ਤੱਕ ਬਹੁਤ ਸਾਰੇ ਲੋਕਾਂ ਦੀ ਇਕੱਠੀ ਮੰਗ ਬਣ ਕੇ ਪਾਰਟੀਆਂ ਰਾਹੀਂ ਸਰਕਾਰ ਤੱਕ ਨਹੀਂ ਪਹੁੰਚਦੀ, ਉਦੋਂ ਤੱਕ ਉਹ ਸਿਰਫ ਇੱਕ ਮੰਗ ਹੈ, ਸਮਰਥਨ ਜਾਂ ਦਬਾਅ ਨਹੀਂ ਬਣ ਸਕਦੀ। ਸੋ ਇੱਕ ਜਿਹੜਾ ਚਤੁਰ ਜਾਂ ਸਿਆਸਤਦਾਨ, ਸਹੀ ਸਿਆਸਤਦਾਨ ਹੈ, ਉਹ ਇੱਕ ਮੰਗ ਨੂੰ ਕਿਵੇਂ ਆਪਦੇ ਤਰੀਕੇ ਦੇ ਨਾਲ, ਕਿਵੇਂ ਆਪਦੇ ਭਾਸ਼ਣਾਂ ਦੇ ਨਾਲ ਉਹਨੂੰ ਇੱਕ ਰਾਜਨੀਤਿਕ ਮੰਗ ਬਣਾ ਦਿੰਦਾ, ਇਹ ਵੀ ਸਰਕਾਰ ਤੱਕ ਪਹੁੰਚਾਉਂਦਾ ਗਾ। ਇਹ ਵੀ ਉਹਦੀ ਇੱਕ ਕਲਾ ਗੀ। ਇਹ ਇੱਕ ਬਹੁਤ ਵੱਡਾ ਰਾਜਨੀਤਿਕ ਪਾਰਟੀ ਦਾ ਫਾਇਦਾ ਹੈ। ਅਗਲਾ ਗਾ, ਰਾਜਨੀਤਿਕ ਜਿਹੜੇ ਦਲ ਨੇ ਉਹ ਸਾਡੇ ਲਈ ਇੱਕ ਤਰ੍ਹਾਂ ਦਾ ਸਿੱਖਣ ਪੀਰੀਅਡ ਵੀ ਨੇ। ਲੋਕਤੰਤਰ ਦੇ ਵਿੱਚ ਜਦੋਂ ਵੱਖ-ਵੱਖ ਪਾਰਟੀਆਂ ਭਾਗ ਲੈਂਦੀਆਂ ਨੇ, ਵੱਖ-ਵੱਖ ਪਾਰਟੀਆਂ ਦੁਆਰਾ ਚੋਣਾਂ ਦੇ ਵਿੱਚ ਆਪਣਾ ਵੋਟਾਂ ਹਾਸਲ ਕਰਨ ਦੇ ਲਈ ਭਾਗ ਲਿਆ ਜਾਂਦਾ ਹੈਗਾ, ਤਾਂ ਉਸ ਚੀਜ਼ ਦੇ ਵਿੱਚ ਜਿਹੜੀ ਰਾਜਨੀਤਿਕ ਦਲ ਨੇ ਉਹ ਆਪਣੇ ਜਿਹੜੇ ਨਵੇਂ ਕਾਡਰ ਆ ਉਹਨੂੰ ਭਰਤੀ ਕਰਦੇ ਨੇ, ਉਹਨਾਂ ਨੂੰ ਸਿਖਾਉਂਦੇ ਨੇ। ਸੋ ਇੱਕ ਤਰ੍ਹਾਂ ਦਾ ਸਕੂਲਿੰਗ ਵੀ ਜਿਹੜੀ ਉਹ ਹੁੰਦੀ ਹੈ। ਸਾਂਝੇ ਰਾਜਨੀਤਿਕ ਵਿਚਾਰਾਂ ਵਾਲੇ ਲੋਕ ਇੱਕ ਮੰਚ 'ਤੇ ਇਕੱਠੇ ਕਰਨਾ, ਇਹਦਾ ਫਾਇਦਾ ਕੀ ਹੈ ਕਿ ਲੋਕ ਨੇ, ਉਹਨਾਂ ਦੇ ਵੱਖ-ਵੱਖ ਵਿਚਾਰ ਨੇ, ਵੱਖ-ਵੱਖ ਥਾਂ ਦੇ ਉੱਤੇ ਫਿਰਦੇ ਨੇ, ਪਰ ਜਦੋਂ ਇੱਕ ਪਾਰਟੀ ਆ, ਉਸ ਪਾਰਟੀ ਦੇ ਵਿੱਚ ਆ ਕੇ ਇੱਕ ਵਿਚਾਰਧਾਰਾ ਹੈ, ਉਹਦਾ ਇੱਕ ਅਨੁਸ਼ਾਸਨ ਹੈ, ਉੱਥੇ ਆ ਕੇ ਉਸ ਵੱਖ-ਵੱਖ ਜਾਂ ਜਿਨ੍ਹਾਂ ਦੇ ਵਿਚਾਰ ਇੱਕੋ ਜਿਹੇ ਨੇ ਉਹ ਇੱਕ ਪਾਰਟੀ ਬਣਾ ਕੇ ਇੱਕ ਮੰਚ ਦੇ ਉੱਤੇ ਵੱਖ-ਵੱਖ ਵਿਚਾਰਾਂ ਦੇ ਲੋਕ ਜਿਹੜੇ ਉਹ ਇਕੱਠੇ ਹੋ ਸਕਦੇ ਨੇ। ਅਗਲਾ ਹੈ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਦੇਣਾ। ਸਭ ਤੋਂ ਵੱਡਾ ਫਾਇਦਾ ਹੈਗਾ, ਆਪਾਂ ਪਹਿਲਾਂ ਕਹਿ ਕੇ ਹਟੇ ਹਾਂ ਕਿ ਜਿਹੜੀ ਰਾਜਨੀਤਿਕ ਦਲ ਨੇ ਇਹ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਦਿੰਦੇ ਨੇ। ਜਦੋਂ ਇਹ ਪ੍ਰਚਾਰ ਕਰਦੇ ਨੇ, ਜਦੋਂ ਲੋਕਾਂ ਨਾਲ ਜਾ ਕੇ ਗੱਲਾਂ ਕਰਦੇ ਨੇ, ਵੋਟਾਂ ਮੰਗਦੇ ਨੇ, ਤਾਂ ਉਸ ਸਮੇਂ ਇਹ ਲੋਕਾਂ ਨੂੰ ਜਿਹੜੀ ਰਾਜਨੀਤੀ ਬਾਰੇ ਦੱਸਦੇ ਨੇ, ਲੋਕਾਂ ਨੂੰ ਰਾਜਨੀਤਿਕ ਸਿੱਖਿਆ ਦਿੰਦੇ ਨੇ। ਸੱਤਾ ਪ੍ਰਾਪਤੀ ਲਈ ਚੋਣਾਂ ਲੜਨਾ, ਸੱਤਾ ਪ੍ਰਾਪਤੀ ਲਈ, ਪਾਵਰ ਪ੍ਰਾਪਤੀ ਲਈ, ਤਾਕਤ ਦੇ ਲਈ ਵੋਟਾਂ ਦੇ ਵਿੱਚ ਹਿੱਸਾ ਲੈਂਦੇ ਨੇ, ਚੋਣਾਂ ਲੜਦੇ ਨੇ। ਇਹ ਬਹੁਤ ਵੱਡਾ ਫਾਇਦਾ ਕਿ ਸਰਕਾਰ ਕੌਣ ਚਲਾਵੇਗਾ, ਸਾਡੇ ਪਾਰਟੀਆਂ ਦੇ ਵਿੱਚੋਂ, ਸਾਡੇ ਦੇ ਵਿੱਚੋਂ ਨਿਕਲੇ ਹੋਏ ਲੀਡਰ। ਇੱਕ ਹੋਰ ਜਿਹੜਾ ਰਾਜਨੀਤਿਕ ਦਲ ਆ ਵੀ, ਜਿਵੇਂ ਆਮ ਲੋਕ ਨੇ, ਉਹਨਾਂ ਲੋਕਾਂ ਦੇ ਵਿੱਚ ਕਿਸੇ ਦੇ ਵਿੱਚ ਟੈਲੈਂਟ ਹੈ ਕਿ ਉਹ ਇੱਕ ਲੀਡਰ ਬਣਨਾ ਚਾਹੁੰਦਾ ਭਾਰਤ,
ਤਾਂ ਇਹ ਪਾਰਟੀਆਂ ਰਿਕਰੂਟਮੈਂਟ ਕਰਦੀਆਂ ਨੇ, ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਹੌਲੀ ਹੌਲੀ ਅਹੁਦੇ ਦਿੰਦੀਆਂ ਨੇ ਜੇ ਉਹਨਾਂ ਨੂੰ ਲੱਗਦਾ ਕਿ ਇਹ ਪਾਰਟੀ ਨੂੰ ਅੱਗੇ ਲੈ ਕੇ ਜਾਏਗਾ। ਤਾਂ ਇਹ ਵੀ ਇੱਕ ਬਹੁਤ ਵੱਡਾ ਫਾਇਦਾ ਹੈਗਾ, ਇੱਕ ਪਲੇਟਫਾਰਮ ਆ ਇੱਕ ਆਮ ਵਿਅਕਤੀ ਤੋਂ ਲੀਡਰ ਬਣਨ ਦਾ, ਦੇਸ਼ ਦੀ ਅਗਵਾਈ ਕਰਨ ਦਾ। ਵਿਰੋਧੀ ਧਿਰ ਦੀ ਭੂਮਿਕਾ ਕਰਕੇ ਸਰਕਾਰ ਉੱਪਰ ਚੈੱਕ ਲਗਾਉਣਾ, ਆਪਾਂ ਪਹਿਲਾਂ ਕਹਿ ਚੁੱਕੇ ਹਾਂ ਵੀ ਜੇ ਸਰਕਾਰ ਨਹੀਂ ਬਣੀ ਤਾਂ ਵਿਰੋਧੀ ਦਲ ਦੀ ਭੂਮਿਕਾ ਜਿਹੜੀ ਉਹ ਅਦਾ ਕਰਦੇ ਨੇ ਸਾਰੇ ਰਾਜਨੀਤਿਕ ਦਲ। ਆਪਣੇ ਉਦੇਸ਼ਾਂ ਤੇ ਵਾਅਦਿਆਂ ਦਾ ਪ੍ਰਚਾਰ ਕਰਨਾ, ਸਾਡੇ ਵਾਅਦੇ ਕੀ ਨੇ, ਉਦੇਸ਼ ਕੀ ਨੇ, ਇਸ ਗੱਲ ਦਾ ਪ੍ਰਚਾਰ ਕਰਦੇ ਨੇ, ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਅਗਲਾ ਹੈ ਨੁਕਸਾਨ। ਇਹਨਾਂ ਦਾ ਨੁਕਸਾਨ ਕੀ ਆ? ਰਾਜਨੀਤਿਕ ਦਲਾਂ ਦੇ ਜਿੱਥੇ ਫਾਇਦੇ ਨੇ ਨਾ, ਉੱਥੇ ਇਹਨਾਂ ਦੇ ਨੁਕਸਾਨ ਵੀ ਨੇ। ਜ਼ਿਆਦਾਤਰ ਰਾਜਨੀਤਿਕ ਦਲ, ਜੇ ਭਾਰਤ ਵਿੱਚ ਗੱਲ ਕਰੀਏ, ਜਾਤੀ, ਧਰਮ, ਨਸਲ ਦੇ ਆਧਾਰ 'ਤੇ ਬਣੇ ਹੋਏ ਨੇ। ਰਾਜਨੀਤਿਕ ਦਲ ਵੋਟਾਂ ਲਈ ਸਮਾਜ ਵੰਡੀਆਂ ਵੀ ਪਾਉਂਦੇ ਨੇ, ਇਸ ਕਰਕੇ ਦੇਸ਼ ਦੇ ਉੱਤੋਂ, ਦੇਸ਼ ਦੇ ਨਾਲੋਂ ਵੱਡਾ ਇਹ ਆਪਣੀ ਪਾਰਟੀ ਨੂੰ ਰੱਖਦੇ ਨੇ। ਦੇਸ਼ ਦਾ ਨੁਕਸਾਨ ਹੋਵੇ ਚਾਹੇ ਹੋ ਜੇ, ਪਰ ਜਿਹੜੀ ਇਹਨਾਂ ਦੀ ਪਾਰਟੀ ਆ ਉਹਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਆ, ਬਹੁਤ ਵੱਡਾ ਨੁਕਸਾਨ ਹੈ। ਵੋਟਾਂ ਪ੍ਰਾਪਤੀ ਤੇ ਸੱਤਾ ਹਥਿਆਉਣ ਲਈ ਹਰ ਅਨੈਤਿਕ ਤੇ ਬੇਈਮਾਨੀ ਦਾ ਤਰੀਕਾ ਅਪਣਾਇਆ ਜਾਂਦਾ। ਜਿੱਤ ਪ੍ਰਾਪਤ ਕਰਨ ਦੇ ਲਈ ਲੋਕਾਂ ਦਾ ਮੈਂਡੇਟ ਕੁਛ ਵੀ ਹੋਵੇ, ਵੋਟਾਂ ਪ੍ਰਾਪਤ ਕਰਨ ਦੇ ਲਈ ਨਸ਼ਾ ਵੰਡਣਾ, ਪੈਸੇ ਵੰਡਣੇ, ਲੋਕਾਂ ਨੂੰ ਧਮਕਾਉਣਾ, ਇਹ ਸਾਰਾ ਕੁਝ ਸ਼ਾਮਲ ਹੁੰਦਾ। ਪਾਰਟੀਆਂ ਬਹੁਤ ਸਾਰਾ ਅਜਿਹਾ ਕੰਮ ਕਰਦੀਆਂ ਨੇ ਕਿ ਉਹ ਜਿਹੜੇ ਅਨੈਤਿਕ ਕੰਮ ਕਰਦੀਆਂ ਨੇ, ਬੇਈਮਾਨੀ ਦੇ ਤਰੀਕੇ ਅਪਣਾਉਂਦੀਆਂ ਨੇ ਕਿ ਜਿਹੜੀ ਸੱਤਾ ਉਹ ਹਥਿਆਈ ਜਾ ਸਕੇ। ਪਾਰਟੀ ਕੁਝ ਕੁ ਉੱਪਰਲੀ ਲੀਡਰਸ਼ਿਪ ਦੁਆਰਾ ਚਲਾਈ ਜਾਂਦੀ ਹੈ ਅਤੇ ਥੱਲੜਿਆਂ ਵਾਲਿਆਂ 'ਤੇ ਫੈਸਲੇ ਥੋਪੇ ਜਾਂਦੇ ਨੇ। ਇਹ ਵੀ ਬਹੁਤ ਵੱਡੀ ਗੱਲ ਹੈ ਵੀ ਜਿਹੜੀ ਪਾਰਟੀ ਆ ਉਹ ਜਿਹੜੇ ਮੇਨ ਲੀਡਰ ਨੇ ਉਹੀ ਚਲਾਉਂਦੇ ਨੇ। ਡਿਕਟੇਟਰਸ਼ਿਪ ਵਾਲਾ ਕੰਮ ਹੈ, ਉੱਪਰੋਂ ਜੋ ਹੁਕਮ ਆ ਗਿਆ ਤਾਂ ਉਹ ਥੱਲੜਿਆਂ ਨੂੰ ਲਾਗੂ ਕੀਤਾ ਜਾਂਦਾ, ਥੱਲੜਿਆਂ ਤੋਂ ਸੁਣੀ ਨਹੀਂ ਜਾਂਦੀ। ਚੋਣਾਂ ਵਿੱਚ ਜਿੱਤ ਲਈ ਪੈਸਾ ਮੁੱਖ ਭੂਮਿਕਾ ਨਿਭਾਉਂਦਾ। ਸੋ ਪੈਸੇ ਲਈ ਪਾਰਟੀਆਂ ਲੋਕ ਵਿਰੋਧੀ ਕੰਮ ਕਰਦੀਆਂ ਨੇ। ਪੈਸਾ ਮੁੱਖ ਭੂਮਿਕਾ ਨਿਭਾਉਂਦਾ, ਇਹਦੇ ਵਿੱਚ ਟੈਲੈਂਟ ਜ਼ਿਆਦਾ ਨਹੀਂ ਦੇਖਿਆ ਜਾਂਦਾ, ਪੈਸਾ ਮੁੱਖ ਦੇਖਿਆ ਜਾਂਦਾ। ਸੋ ਪਾਰਟੀਆਂ ਨੇ ਜਿਹੜੀਆਂ ਉਹ ਲੋਕ ਵਿਰੋਧੀ ਕੰਮ ਵੀ ਕਰ ਜਾਂਦੀਆਂ ਨੇ। ਜਿਵੇਂ ਮੰਨ ਲਓ ਵੀ ਕਿਸੇ ਬਾਹਰਲੀ ਕੰਪਨੀ ਭਾਰਤ ਦੇ ਵਿੱਚ ਆਉਣਾ, ਜੇ ਪੈਸੇ ਦਿੱਤੇ ਨੇ ਪਾਰਟੀਆਂ ਨੂੰ ਤਾਂ ਲੋਕਾਂ ਦੇ ਵਿਰੁੱਧ ਦੇ ਵਿੱਚ ਜਾ ਕੇ ਉਸ ਪਾਰਟੀ ਦੇ ਹੱਕ ਦੇ ਵਿੱਚ ਜਿਹੜੀਆਂ ਪਾਰਟੀਆਂ ਉਹ ਜਾ ਸਕਦੀਆਂ ਨੇ। ਜਨਤਾ ਨਾਲ ਗੁੱਟਬੰਦੀ ਤੇ ਪੱਖਪਾਤੀ ਰਵੱਈਆ, ਜਿਹੜੀ ਪਾਰਟੀ ਦੀ ਸਰਕਾਰ ਬਣੀ ਆ ਉਸ ਪਾਰਟੀ ਦੇ ਲੋਕਾਂ ਨਾਲ ਦੇ ਪੱਖ ਵਿੱਚ ਗੱਲ ਕਰਨੀ, ਤੇ ਜਿਹੜੀ ਪਾਰਟੀ ਦੀ ਸਰਕਾਰ ਨਹੀਂ ਬਣੀ ਉਹਨਾਂ ਨਾਲ ਪੱਖਪਾਤ ਕਰਨਾ। ਪੈਸੇ ਦੀ ਚੱਕਾਚੌਂਧ ਵਿੱਚ ਲੋਕ ਮੰਗਾਂ ਤੇ ਲੋਕ ਰਾਏ ਨੂੰ ਰੋਲ ਦਿੰਦੇ ਨੇ। ਜਿਹੜੀ ਪੈਸੇ ਦੀ ਚੱਕਾਚੌਂਧ ਆ ਉਹ ਲੋਕ ਮੰਗਾਂ ਨੂੰ ਤੇ ਲੋਕਾਂ ਦੀ ਰਾਏ ਨੂੰ ਜਿਹੜੀ ਉਹ ਖਤਮ ਕਰ ਦਿੰਦੇ ਨੇ। ਸੋ ਬਹੁਤ ਸਾਰੇ ਨੁਕਸਾਨ ਨੇ ਪੋਲੀਟੀਕਲ ਪਾਰਟੀ ਦੇ। ਆਪਾਂ ਨੇ ਰਾਜਨੀਤਿਕ ਦਲਾਂ ਦੇ ਕੰਮ ਪੜ੍ਹੇ ਨੇ, ਆਪਾਂ ਨੇ ਰਾਜਨੀਤਿਕ ਦਲਾਂ ਦੇ ਫਾਇਦੇ ਤੇ ਨੁਕਸਾਨ ਪੜ੍ਹੇ ਨੇ। ਉਮੀਦ ਆ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ। ਬਹੁਤ ਬਹੁਤ ਧੰਨਵਾਦ।